ਨਾਨਕ ਦੇ ਕਰਹਤ ਬਿਰਧ ਬਿਰਧ ਪ੍ਰਭ ਆਇਆ ਪਰਿਆ ਤੋ ਸਰਨਾਏ। ਨਾਨਕੀ ਹਮ ਬੇਨਤੀ अपनी भगति लाए। जेता जियो पिन सब तेरा तू अंतरजामी पुरख भगवान। दासन दास कहे जन नानक ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਮ੍ਰਿਗ ਮੀਨ ਭਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਉ। ਤ੍ਰਿਗਦ ਜੋਨ ਅਚੇਤ ਸੰਭਵ ਪੁਨ ਪਾਪ ਸੋਚ। ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤ ਪੋਚ। ਜੀ ਜੰਤ ਜਹਾ ਜਹਾ ਲਗ ਕਰਮ ਕੇ ਬਸ ਜਾਏ। ਕਾਲ ਫਾਸ ਅਵਧ ਲਾਗੇ ਕਛ ਨਾ ਚੱਲੈ ਉਪਾਏ। ਰਵਿਦਾਸ ਦਾਸ ਉਦਾਸ ਤਜ ਭਰਮ ਤਪਨ ਤਪ ਗੁਰ ਗਿਆਨ। ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਧਾਨ। ਰਵਿਦਾਸ ਦਾਸ ਉਦਾਸ ਤਜ ਭਰਮ ਤਪਨ ਤਪ ਗੁਰ ਗਿਆਨ। ਭਗਤ ਜਨ ਭੈ ਹਰਮ ਭੈ ਹਰਨ ਪਰਮਾਨੰਦ ਕਰੋ ਨਿਧਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦੇ ਤਹਿਤ ਅੱਜ ਦਾ ਜੋ ਪਾਵਨ ਸ਼ਬਦ ਵਿਚਾਰ ਅਧੀਨ ਹੈ, ਇਹ ਪਾਵਨ ਸ਼ਬਦ ਭਗਤ ਰਵਿਦਾਸ ਜੀ ਦਾ ਆਸਾ ਰਾਗ ਦੇ ਉਚਾਰਨ ਵਿੱਚ ਕੀਤਾ ਹੋਇਆ ਪਹਿਲਾ ਸ਼ਬਦ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 486 ਤੇ ਸ਼ਬਦ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਜੋ ਸਾਰੀ ਹੀ ਮਨੁੱਖਤਾ ਨੂੰ ਸਰਵ ਸਾਂਝਾ ਉਪਦੇਸ਼ ਕਰ ਰਹੇ ਹਨ। ਸਾਰੇ ਸੰਸਾਰ ਦੇ ਵਿੱਚ ਮਨੁੱਖ ਦਾ ਇੱਕ ਸਵਾਲ ਹੈ ਕਿ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ। ਸਾਡਾ ਮਨ ਨਾਮ ਦੇ ਵਿੱਚ ਬਾਣੀ ਦੇ ਵਿੱਚ ਇੰਨਾ ਕਿਉਂ ਨਹੀਂ ਜੁੜਦਾ। ਤਾਂ ਭਗਤ ਰਵਿਦਾਸ ਜੀ ਅੱਜ ਦੇ ਪਾਵਨ ਸ਼ਬਦ ਦੁਆਰਾ ਉਹ ਸਾਡੀਆਂ ਜਿਹੜੀਆਂ ਕਮਜ਼ੋਰੀਆਂ ਨੇ
ਜੋ ਵੀਕਨੈਸ ਹੈ, ਜੋ ਸਾਡੇ ਵਿੱਚ ਊਣਤਾਈਆਂ ਨੇ, ਉਹ ਦੱਸਦੇ ਨੇ ਕਿ ਇਹਨਾਂ ਕਾਰਨਾਂ ਕਰਕੇ ਵਾਹਿਗੁਰੂ ਦਾ, ਪਰਮਾਤਮਾ ਦਾ, ਖੁਦਾ ਦਾ, ਪਰਮੇਸ਼ਵਰ ਦਾ ਨਾਮ ਰਸ ਪ੍ਰਾਪਤ ਨਹੀਂ ਹੋ ਰਿਹਾ। ਸਮਸਤ ਸੰਸਾਰ ਦੇ ਅੰਦਰ, ਮਨੁੱਖ ਦੇ ਅੰਦਰ ਇਹ ਦੋਸ਼ ਹਨ, ਇਹ ਊਣਤਾਈਆਂ ਹਨ। ਹੇ ਮੇਰੇ ਵਾਹਿਗੁਰੂ, ਮਨੁੱਖ ਅਵਿਦਿਆ ਦੇ ਵਿੱਚ ਹੇਤ ਕਰ ਰਿਹਾ ਹੈ। ਅਵਿਦਿਆ ਭਾਵ ਅਗਿਆਨਤਾ ਦੇ ਵਿੱਚ ਸਾਡੇ ਅੰਦਰ ਵਾਹਿਗੁਰੂ ਨੇ ਆਪਣੇ ਮਹਾਨ ਗਿਆਨ ਦਾ ਸੋਮਾ ਰੱਖਿਆ ਹੈ, ਦੀਵਾ ਜਗਾਇਆ ਹੋਇਆ ਹੈ, ਪਰ ਉਹ ਜੀਵਾ, ਉਹਦੀ ਲਾਈਟ ਬੜੀ ਧੁੰਦਲੀ ਹੋ ਚੁੱਕੀ ਹੈ। ਸਾਰਿਆਂ ਮਨੁੱਖਾਂ ਦੇ ਅੰਦਰ ਮਹਾਨ ਗਿਆਨ ਛੁਪਿਆ ਹੋਇਆ ਹੈ। ਮਨੁੱਖਾਂ ਦੇ ਅੰਦਰ ਕੀ ਸੰਸਾਰ ਕੁਝ, ਜੋ ਕੁਝ ਵੀ ਦਿਖਾਈ ਦੇ ਰਿਹਾ ਹੈ, ਹਰ ਇੱਕ ਆਕਾਰ ਮਹਾਨ ਗਿਆਨ ਨਾਲ ਭਰਿਆ ਹੋਇਆ ਹੈ। ਉਸ ਨੂੰ ਖੋਜਣ ਦੀ ਲੋੜ ਹੈ। ਜਦੋਂ ਤੱਕ ਆਪਾਂ ਖੋਜ ਨਹੀਂ ਕਰਦੇ, ਉਹਦੀ ਜਿਹੜੀ ਹੈ ਛਾਣਬੀਣ ਨਹੀਂ ਕਰਦੇ, ਸਾਨੂੰ ਪਤਾ ਨਹੀਂ ਲੱਗੇਗਾ। ਬਾਹਰੋਂ ਵੇਖਣ ਨਾਲ ਪਤਾ ਨਹੀਂ ਲੱਗੇਗਾ। ਜਿਵੇਂ ਦੁੱਧ ਦੇ ਵਿੱਚ ਘਿਓ ਛੁਪਿਆ ਹੋਇਆ ਹੈ, ਉਹ ਦਿਖਾਈ ਨਹੀਂ ਦਿੰਦਾ। ਉਸ ਨੂੰ ਪ੍ਰਗਟ ਕਰਨ ਦੀ ਮਰਿਆਦਾ ਹੈ, ਵਿਧੀ ਹੈ। ਤਾਂ ਹੀ ਤੇ ਮਹਾਰਾਜ ਨੇ ਬਾਣੀ ਵਿੱਚ ਇਹ ਪ੍ਰਮਾਣ ਦਿੱਤਾ ਹੈ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੈ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਅੱਗੇ ਵਿਧੀ ਵੀ ਦੱਸੀ ਹੈ, ਇਹ ਮਨ ਈਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਵੇਂ ਆਪਾਂ ਪ੍ਰਤੱਖ ਘਰ ਦੇ ਵਿੱਚ ਦੁੱਧ ਦੇ ਵਿੱਚੋਂ ਮੱਖਣ ਪ੍ਰਾਪਤ ਕਰਨਾ ਹੋਵੇ ਨਾ, ਤੇ ਪਹਿਲਾਂ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜਿਆ ਜਾਂਦਾ ਹੈ। ਪੁਰਾਣੀਆਂ ਬਜ਼ੁਰਗ ਮਾਤਾਵਾਂ ਨੂੰ ਪਤਾ ਹੈ, ਜਿਹੜੀ ਚਾਟੀ ਹੁੰਦੀ ਸੀ ਜਿਹਦੇ ਵਿੱਚ ਆਪਾਂ ਦੁੱਧ ਰਿੜਕਦੇ ਸੀ, ਉਹ ਦੁੱਧ ਪਹਿਲਾਂ ਗਰਮ ਕੀਤਾ ਜਾਂਦਾ ਸੀ। ਜਿਸ ਭਾਂਡੇ ਵਿੱਚ ਗਰਮ ਕੀਤਾ ਜਾਂਦਾ ਸੀ, ਪਹਿਲਾਂ ਵੇਖਿਆ ਜਾਂਦਾ ਸੀ ਇਹਦੇ ਵਿੱਚ ਕੁਝ ਝੂਠ ਤੇ ਨਹੀਂ, ਜਾਂ ਕੋਈ ਐਸੀ ਚੀਜ਼ ਤੇ ਨਹੀਂ ਵੀ ਜਿਹੜੀ ਦੁੱਧ ਨੂੰ ਖਰਾਬ ਕਰ ਦੇਵੇ। ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਧੋ ਮਾਂਜ ਕੇ ਧੁੱਪੇ ਸੁਕਾਇਆ ਜਾਂਦਾ ਸੀ। ਉਹਦੇ ਵਿੱਚ ਫਿਰ ਦੁੱਧ ਕਾੜ੍ਹਿਆ ਜਾਂਦਾ ਸੀ। ਫਿਰ ਉਹਨੂੰ ਰਾਤ ਨੂੰ ਜਾਗ ਲਾਇਆ ਜਾਂਦਾ ਸੀ। ਫਿਰ ਉਹਦੀ ਰਖਵਾਲੀ ਕਰਨੀ ਪੈਂਦੀ, ਕਿਉਂਕਿ ਬਿੱਲੀਆਂ ਆਦਿਕ ਰਾਤ ਨੂੰ ਦੁੱਧ ਪੀ ਜਾਂਦੀਆਂ, ਰਾਖੀ ਵੀ ਕਰਨੀ ਪੈਂਦੀ, ਉਹ ਢੱਕ ਕੇ ਰੱਖਣਾ ਪੈਂਦਾ। ਦੁੱਧ ਜੰਮ ਗਿਆ, ਫਿਰ ਉਸ ਨੂੰ ਮਧਾਣੀ ਨਾਲ ਸਵੇਰੇ ਰਿੜਕਣਾ। ਰਿੜਕਣ ਦੀ ਵੀ ਮਰਿਆਦਾ ਹੈ, ਨਾ ਤਾਂ ਬਹੁਤ ਹੀ ਸਲੋ ਅਤੇ ਨਾ ਹੀ ਬਹੁਤ ਤੇਜ਼ ਹੋਵੇ। ਉਹਦੇ ਵਿੱਚੋਂ ਫਿਰ ਮੱਖਣ ਪ੍ਰਾਪਤ ਹੁੰਦਾ, ਮੱਖਣ ਦਾ ਘਿਓ ਬਣਦਾ। 36 ਪ੍ਰਕਾਰ ਦੇ ਪਦਾਰਥ ਉਹਦੇ ਤੋਂ ਬਣਦੇ ਨੇ। ਛੁਪਿਆ ਹੋਇਆ ਹੈ ਮੱਖਣ ਦੁੱਧ ਦੇ ਵਿੱਚ, ਪਰ ਉਹ ਦਿਖਾਈ ਨਹੀਂ ਦੇ ਰਿਹਾ, ਉਹਨੂੰ ਪ੍ਰਗਟ ਕਰਨ ਦੀ ਮਰਿਆਦਾ ਹੈ। ਇਸੇ ਤਰ੍ਹਾਂ ਸਾਰੇ ਆਕਾਰ ਦੇ ਅੰਦਰ ਸਭ ਮੈਂ ਜੋਤ, ਜੋਤ ਹੈ ਸੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਨਾਲ ਉਹ ਜੋਤ, ਉਹ ਮਹਾਨ ਪ੍ਰਕਾਸ਼ ਗਿਆਨ ਅੰਦਰੋਂ ਪ੍ਰਗਟ ਹੋਵੇਗਾ। ਜਿਵੇਂ ਦੇਖੋ ਬਲਬ ਜਗ ਰਹੇ ਨੇ, ਟਿਊਬਾਂ ਜਗ ਰਹੀਆਂ ਨੇ, ਆਪਾਂ ਕਾਲੇ ਰੰਗ ਦੀਆਂ ਪੱਟੀਆਂ ਲਿਆ ਕੇ ਇਹਨਾਂ ਨੂੰ ਕਵਰ ਕਰ ਦਈਏ। ਇੱਕ ਨਹੀਂ, ਦੋ ਨਹੀਂ, ਸੈਂਕੜੇ ਹਜ਼ਾਰਾਂ ਬੱਤੀਆਂ
पट्टियां उपर करी जाइए, भावें बल्ब जगेगा लाइट जगेगी पर सानू पता नहीं लगेगा भी अंदर कुछ है, क्योंकि उपर उसनू कालियां पट्टियां दे नाल ढक दिता। इसे तरह वाहिगुरू दा महान ज्ञान सारियां दे अंदर वो जोत है, प्रकाश है, पर मनुख ने अविद्या दे विच विषय विकारां दियां अज्ञानता दियां इन्नियां कपट्टियां अपने अंदर पा छड्डियां ने। वो साडे अंदर जिहड़ा महान प्रकाश है वो सानू दिखाई नहीं दे रहा, जिस करके मनुख खुआर हो रहा है। हनेरे का जिहड़ा काम है ना, हनेरा की करता है, हनेरा माड़ी चीज़ नूं तां छुपांदा ही है, ये चंगी चीज़ नूं भी छुपा लैंदा है। हनेरे दे विच सप छुप के बैठा नहीं पता लगता, पर हनेरे दे विच कीमती हीरे रतन जवाहरात ने, सोना है, चांदी है, पैसा टका है, हनेरा उन्हां नूं भी छुपा लैंदा। कीमती चीज़ां हनेरे दे विच पईयां पता नहीं लगदियां। हाँ कुछ हन, कोई ऐसा रतन, कोई ऐसा हीरा जिहड़ा चमकदा है, वो तो पता थोड़ा बहुता लग जाता है, पर वो भी दूरों इदां लगदा भी कुछ लाइट है, पता नहीं लगता भी है की चीज़। हनेरे का ये काम है, अज्ञानता अविद्या। साडा जीवन मनुखा दे ही बड़ी दुर्लभ है, पर अविद्या होण करके, भाव सानू समझ ना होण करके, बेसमझी होण करके इहदी महानता का पता नहीं लग रहा। भगत कबीर साहब जी फरमान करते ने, कबीर मानस जन्म दुलंभ है, होए न बारै बार, ज्यों बन फल पाके होए गिरै बोर न लागै डार। रैन गवाई सोए कै दिवस गवाया, खाए हीरे जैसा जन्म है कोडी बदले जाए। भगत रविदास जी हुण इहदी पूरी सानू डिटेल देंदे ने कि वेखो मनुख विच एक औगण होवे ना, वो भी इहदे जीवन नूं बर्बाद कर दिंदा, पर इहदे विच 5 औगण ने, 5 वड्डे दोष ने जो साडे ज्ञान इंद्रियां द्वारा साडा नुकसान करदे हन। ते नाल भगत रविदास जी ने प्रमाण दिते ने भी एक दोष होवे ना, एक औगण होवे, वो वेखो किवें जीवन नूं बर्बाद करता है। ते जिहदे विच 5 होण उहदा की बनेगा। मनुख दे विच एक औगण होवे जां किसी भी चीज़ दे विच एक औगण उहदा नाश कर दिंदा, जिहदे विच 5 होण उहदा की बनेगा। जिवें भाई गुरदास जी ने अपनी वारां विच, अपनी बाणी दे विच लिखदे ने, गज मृग मीन पतंग अल इकत इकत रोग पचंदे, मानस देही 5 रोग पंजे दूत, कसूत करंदे आसा मनसा डाणी, हर सोग बो रोग बधंदे। मानमुख दूजै भाए लग, भंबल भूसे खाए भवंदे। सतगुर सच्चा पातशाह गुरमुख गाडी राह चलंदे, लै लाहा निज घर निबहंदे। एक एक औगण इन्हां पशुआं विच, जानवरां विच, जीवां विच सी, इन्हां दी मौत दा कारण बन गया। मनुख दे विच 5 हन, इहदा की बनेगा। इत्थे भगत रविदास जी फरमान कर रहे हैं, आसा बाणी श्री रविदास जीओ की, एक ओंकार सतगुर प्रसाद। आसा राग दे विच भगत रविदास जी की पावन बाणी और वाहिगुरू जी का मंगलाचरण किया। वाहिगुरू एक अद्वितीय शक्ति है,
ਸਰਵ ਕਲਾ ਸਮਰੱਥ ਹੈ। ਸਤਿਗੁਰੂ ਦੇ ਪ੍ਰਸਾਦ ਨਾਲ, ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੈ। ਮ੍ਰਿਗ ਮੀਨ ਭਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਮ੍ਰਿਗ ਨਾਮ ਹੈ ਹਿਰਨ ਦਾ। ਹਿਰਨ ਦੇ ਵਿੱਚ ਇੱਕੋ ਦੋਸ਼ ਹੈ, ਇੱਕੋ ਔਗਣ ਹੈ। ਉਹ ਹੈ ਉਹਨੂੰ ਨਾਦ ਸੁਣਨ ਦਾ, ਆਵਾਜ਼ ਸੁਣਨ ਦਾ ਬੜਾ ਸ਼ੌਂਕ ਹੈ। ਜਿਵੇਂ ਆਪਾਂ ਵੇਖਦੇ ਹਾਂ ਨਾ ਕਿ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਅਸਲਾ ਬਣਿਆ ਹੈ। ਟੈਂਕ ਬਣੇ, ਬੰਦੂਕਾਂ ਬਣੀਆਂ, ਬੜਾ ਕੁਝ, ਪਰਮਾਣੂ ਬੰਬ ਬਣ ਗਏ। ਉਹ ਬਣੇ ਤਾਂ ਬਣਾਏ ਤਾਂ ਗਏ ਸੀ ਭਲੇ ਵਾਸਤੇ, ਪਰ ਉਹ ਜਦੋਂ ਗਲਤ ਬੰਦਿਆਂ ਦੇ ਹੱਥ ਵਿੱਚ ਆ ਜਾਣ ਫਿਰ ਉਹ ਸ਼ਹਿਰਾਂ ਦੇ ਸ਼ਹਿਰ ਬਰਬਾਦ ਕਰ ਦਿੰਦੇ ਨੇ। ਇਸੇ ਤਰ੍ਹਾਂ ਪੁਰਾਤਨ ਸਮਿਆਂ ਵਿੱਚ ਸਾਧੂ ਮਹਾਤਮਾ ਨੇ, ਬੰਦਗੀ ਵਾਲਿਆਂ ਨੇ ਖੋਜ ਕੀਤੀ, ਬੜੀ ਡੂੰਘੀ ਉਹਨਾਂ ਨੇ ਧਰਮ ਦੀ ਖੋਜ ਕੀਤੀ। ਉਹਨਾਂ ਨੇ ਖੋਜ ਕਰਕੇ ਜਿੱਥੇ ਆਪਣੇ ਆਪ ਨੂੰ ਸਮਝਿਆ, ਉੱਥੇ ਉਹਨਾਂ ਨੇ ਸ੍ਰਿਸ਼ਟੀ ਦੇ ਹਰ ਇੱਕ ਜਰੇ ਨੂੰ ਵੀ ਸਮਝਿਆ ਵੀ ਕਿਹੜੇ ਕਣ ਵਿੱਚ, ਕਿਹੜੇ ਆਕਾਰ ਵਿੱਚ ਕਿਹੜੀ ਸ਼ਕਤੀ ਹੈ, ਕਿਹੜੀ ਕਮਜ਼ੋਰੀ ਹੈ। ਅਤੇ ਉਹਨਾਂ ਮਹਾਤਮਾ ਨੇ ਇਹ ਵੀ ਖੋਜ ਕੀਤੀ ਜਿਹੜੇ ਪਸ਼ੂ ਪੰਛੀ ਜਾਨਵਰ ਨੇ, ਇਹਨਾਂ ਵਿੱਚ ਕੀ ਗੁਣ ਨੇ, ਕੀ ਔਗਣ ਨੇ। ਧਰਮ ਦੀ ਦੁਨੀਆ ਵਿੱਚ ਇੱਕ ਬਹੁਤ ਵੱਡੀ ਇਹ ਖੋਜ ਹੈ। ਤਾਂ ਉਹਨਾਂ ਦੀ ਖੋਜ ਦੇ ਵਿੱਚ ਇਹ ਆਇਆ ਕਿ ਜਿਹੜਾ ਹਿਰਨ ਹੈ ਇਹਨੂੰ ਸ਼ਬਦ, ਆਵਾਜ਼ ਸੁਣਨ ਦਾ ਬੜਾ ਸ਼ੌਂਕ ਹੈ। ਉਹ ਸ਼ਬਦ ਲੱਭਿਆ ਗਿਆ, ਉਹਦੀ ਖੋਜ ਹੋਈ, ਅਤੇ ਉਹ ਸ਼ਬਦ ਜਦੋਂ ਵਜਾਇਆ ਜਾਂਦਾ ਹੈ ਅਤੇ ਹਿਰਨ ਦੌੜਿਆ ਚਲਿਆ ਆਉਂਦਾ ਹੈ। ਜਿਵੇਂ ਸੱਪ ਨੂੰ ਵੀ ਵਸ ਕਰਨ ਦਾ ਮੰਤਰ ਹੈ, ਉਹ ਬੀਨ 'ਤੇ ਪੜ੍ਹਿਆ ਜਾਵੇ ਅਤੇ ਸੱਪ ਵਸ ਵਿੱਚ ਹੋ ਜਾਂਦਾ ਹੈ। ਇਹ ਖੋਜ ਮਹਾਤਮਾ ਨੇ, ਸਾਧੂਆਂ ਨੇ, ਰੱਬ ਦੀ ਬੰਦਗੀ ਵਾਲਿਆਂ ਨੇ ਕੀਤੀ ਹੈ। ਉਹਨਾਂ ਨੇ ਜਦੋਂ ਨਾਮ ਜਪਿਆ, ਨਾਮ ਜਪ ਕੇ ਉਹਨਾਂ ਨੂੰ ਅੰਦਰੋਂ ਭੇਦ ਮਿਲੇ ਨੇ ਸਾਰੇ। ਹਰ ਇੱਕ ਤਨ ਦਾ ਭੇਦ ਮਿਲ ਗਿਆ, ਹਰ ਇੱਕ ਆਕਾਰ ਦਾ ਭੇਦ ਮਿਲ ਗਿਆ। ਜਿਵੇਂ ਗੁਰਬਾਣੀ ਵਿੱਚ ਆਪਾਂ ਜਪਜੀ ਸਾਹਿਬ ਵਿੱਚ ਤੁਸੀਂ ਪੜ੍ਹਦੇ ਹੋ, ਸੁਣਿਆ ਜੋਗ ਜੁਗਤ ਤਨ ਭੇਦ। ਜਦੋਂ ਤੁਸੀਂ ਆਪਣੇ ਅੰਦਰ ਨਾਮ ਨੂੰ ਸੁਣੋਗੇ ਤੁਹਾਨੂੰ ਤਨ ਦੇ ਭੇਦ ਮਿਲਣਗੇ। ਆਪਣੇ ਹੀ ਤਨ ਦੇ ਨਹੀਂ, ਜਿੰਨੇ ਵੀ ਸਰੀਰ ਆਕਾਰ ਦਿਖਾਈ ਦੇ ਰਹੇ ਨੇ, ਹਰ ਇੱਕ ਆਕਾਰ ਦਾ ਤੁਹਾਨੂੰ ਭੇਦ ਮਿਲ ਜਾਵੇਗਾ। ਹਰ ਇੱਕ ਸਰੀਰ ਦਾ, ਹਰ ਇੱਕ ਆਕਾਰ ਦਾ, ਹਰ ਇੱਕ ਜਰੇ ਦਾ ਭੇਦ ਮਿਲ ਜਾਵੇਗਾ। ਨਾਮ ਦੀ ਇੰਨੀ ਵੱਡੀ ਮਹਿਮਾ ਹੈ, ਪਰ ਸਾਡੀ ਬਦਕਿਸਮਤੀ ਕਹਿ ਲਓ, ਕਿਉਂਕਿ ਅੱਜ ਦੇ ਸ਼ਬਦ ਵਿੱਚ ਇਹੀ ਕੀਤਾ। ਮਹਾਰਾਜ ਭਗਤ ਰਵਿਦਾਸ ਜੀ ਕਹਿੰਦੇ ਕਿ ਵੇਖੋ ਮਨੁੱਖ ਨੂੰ ਬੜਾ ਅਮੁੱਲਾ ਜੀਵਨ ਮਿਲਿਆ ਹੈ, ਪਰ ਇਹਦਾ ਮੋਹ ਜਿਹੜਾ ਹੈ ਅਵਿਦਿਆ ਵਿੱਚ ਹੋ ਰਿਹਾ ਹੈ। ਇਹਦੀ ਪ੍ਰੀਤ ਅਵਿਦਿਆ ਵਿੱਚ ਹੋ ਰਹੀ, ਵਿਦਿਆ ਵਿੱਚ ਨਹੀਂ ਹੋ ਰਹੀ। ਨਾਮ ਦੀ ਇੰਨੀ ਵੱਡੀ ਮਹਿਮਾ ਹੈ। ਜਦੋਂ ਤੁਸੀਂ ਨਾਮ ਦੀ ਸਾਧਨਾ ਕਰੋਗੇ, ਜਿਵੇਂ ਜਿਵੇਂ ਮਨੁੱਖ ਨਾਮ ਦੇ ਵਿੱਚ ਪ੍ਰਵਿਰਤ ਹੁੰਦਾ, ਇਹਨੂੰ ਤਨ ਦੇ ਭੇਦ ਮਿਲਣ ਲੱਗ ਜਾਂਦੇ ਨੇ। ਸਾਇੰਸ ਨੇ ਤਾਂ ਅਜੇ ਕੁਝ ਵੀ ਪ੍ਰਾਪਤੀ ਨਹੀਂ ਕੀਤੀ। ਲੋਕ ਕਹਿੰਦੇ ਵੀ ਸਾਇੰਸ ਨੇ ਬੜੀ ਪ੍ਰਾਪਤੀ ਕਰ ਲਈ, ਕੁਝ ਵੀ ਨਹੀਂ। ਗੁਰਬਾਣੀ ਦੇ ਅਨੁਸਾਰ ਆਪਾਂ ਵੇਖੀਏ ਨਾ, ਸਾਇੰਸ ਨੇ ਤਾਂ ਅਜੇ ਉੱਥੇ ਨੇੜੇ ਤੇੜੇ ਵੀ ਨਹੀਂ ਹੈ ਬਿਲਕੁਲ। ਪਰ ਫਿਰ ਵੀ ਆਪਾਂ ਵੇਖੀਏ, ਸਾਇੰਸ ਵਾਲੀ ਪੜ੍ਹਾਈ ਕਰਕੇ, ਦੁਨਿਆਵੀ ਪੜ੍ਹਾਈ ਕਰ ਕਰਕੇ ਮਨੁੱਖ ਕਿੱਥੇ ਪਹੁੰਚ ਗਿਆ। ਇਸ ਸਰੀਰ ਦਾ ਭੇਦ ਉਹਨੂੰ ਵੀ ਕੁਝ ਮਿਲਿਆ ਸਾਇੰਸ ਦੇ ਦੁਆਰਾ। ਸਾਡੀ ਅੱਖਾਂ ਨੂੰ ਕਿਵੇਂ, ਅੱਖ ਨੂੰ ਕੱਢ ਕੇ ਵਿੱਚ ਅੱਖ ਦਾ ਆਪਰੇਸ਼ਨ ਕਰਨਾ ਹੈ, ਕਿਡਨੀਆਂ ਕਿਵੇਂ ਬਦਲਣੀਆਂ ਨੇ, ਹਾਰਟ ਦਾ ਕਿਵੇਂ ਆਪਰੇਸ਼ਨ ਹੋਣਾ, ਦਿਮਾਗ ਦਾ ਕਿਵੇਂ ਆਪਰੇਸ਼ਨ ਹੋਣਾ ਹੈ। ਵੇਖੋ ਕਿੰਨੀ ਖੋਜ ਹੈ। ਇਹ ਵਿਦਿਆ ਵਿੱਚੋਂ ਹੀ ਪੈਦਾ ਹੋਈ ਹੈ ਨਾ। ਇੰਨਾ ਕੁ ਅਭਿਆਸ ਕਰੀ ਗਏ
कि इस तन का भेद मिल गया भी इस शरीर नूं किवें चीर फाड़ के बंदा जीवदा हुंदा है। शरीर चीरिया फड़िया जाता है, मुड़ के फिर सीज दिता जाता है, उही बंदा फिर तुरिया फिरदा है। वैसे बंदे का शरीर कटिया जाए, कोई अंग तो मर जाता, खून निकली जाए, ना ब्लड रुके तो मर जाएगा। पर पढ़ाई इहदे विच वेखो किन्नी विद्या दे विच किन्नी वड्डी ताकत है कि इस तन नूं चीर फाड़ के इहदे अंग भी जिहड़े ने वो भी बदल के मुड़ के फिर मनुख ठीक हो जाता है। धर्म की दुनिया अनुसार ये प्राप्ति फिर भी कुछ भी नहीं है। महाराज कहते तू नाम जप सिमरन कर, तेनू तन दे भेद मिल जाणगे। पुराने समयां विच तुसीं वेख सुणदे होवोगे जड़ियां बूटियां नाल इलाज कीते जांदे सी। इन्नी वड्डी साधना सिमरन कर कर के सारे तना दा शरीरां दा भेद मिल गया। इन्हां विच गुण की ने, औगण की ने, ਜਿਹੜੇ ਇਹਨਾਂ ਵਿੱਚ ਔਗਣ ਨੇ, ਬਿਮਾਰੀਆਂ ਨੇ, ਦੋਸ਼ ਨੇ, ਉਹਨਾਂ ਦੀ ਨਿਵਰਤੀ ਕਿਵੇਂ ਹੋਵੇਗੀ। ਉਹ ਜੜੀਆਂ ਬੂਟੀਆਂ ਲੱਭ ਲਈਆਂ ਗਈਆਂ, ਖੋਜ ਧਰਮ ਦੀ ਸਾਧਨਾ ਬੰਦਗੀ, ਅਤੇ ਉਹ ਜੜੀ ਬੂਟੀ ਦਿੰਦੇ ਨੇ ਨਾਲ ਹੀ ਮਿੰਟ ਵਿੱਚ ਸਰੀਰ ਠੀਕ ਹੋ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਬਹੁਤ ਵੱਡੀ ਖੋਜ ਹੈ ਧਰਮ ਦੀ ਦੁਨੀਆ ਦੇ ਵਿੱਚ। ਐਸਾ ਨਾਮ ਦਾ ਭਾਰੀ ਮਹਾਤਮ ਹੈ, ਤੈਨੂੰ ਤਨ ਦੇ ਸਾਰੇ ਭੇਦ ਮਿਲ ਜਾਣਗੇ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਜਦੋਂ ਨਾਮ ਜਪ ਜਪ ਕੇ ਇਹ ਪਤਾ ਲੱਗ ਗਿਆ ਹਿਰਨ ਦੇ ਵਿੱਚ ਇਹ ਦੋਸ਼ ਹੈ, ਜੇ ਇਹਨੂੰ ਪਕੜਨਾ ਹੋਵੇ, ਆਪਣੇ ਕੋਲ ਬੁਲਾਉਣਾ ਹੋਵੇ ਨਾ ਹਿਰਨ ਨੂੰ, ਉਹ ਨਾਦ ਵਜਾਇਆ ਜਾਂਦਾ, ਹਿਰਨ ਚੱਲਿਆ ਆਉਂਦਾ, ਪਰ ਉਹ ਗਲਤ ਹੱਥਾਂ ਵਿੱਚ ਚਲਾ ਗਿਆ ਸ਼ਿਕਾਰੀਆਂ ਦੇ। ਸ਼ਿਕਾਰੀ ਉਸ ਨੂੰ ਵਜਾਉਂਦੇ ਨੇ। ਘੰਡੇ ਹੇੜੇ ਦਾ ਨਾਦ ਉਹਨੂੰ ਕਿਹਾ ਜਾਂਦਾ। ਘੜੇ ਦੇ ਉੱਪਰ ਨਾ ਚਮੜਾ ਮਾਰ ਕੇ ਉਹਦੇ ਵਿੱਚ ਨਿੱਕਾ ਜਿਹਾ ਸੁਰਾਖ ਕੀਤਾ ਜਾਂਦਾ ਹੈ, ਅਤੇ ਮੋਰ ਪੰਖ ਦੇ ਨਾਲ ਉਹ ਵਿੱਚ ਮੋਰ ਪੰਖ ਪਾ ਕੇ ਉਸ ਸੁਰਾਖ ਦੇ ਵਿੱਚ ਉਹਨੂੰ ਬਾਹਰ ਅੰਦਰ ਕੀਤਾ ਜਾਂਦਾ ਹੈ। ਉਹਦੇ ਤੋਂ ਇੱਕ ਆਵਾਜ਼ ਪੈਦਾ ਹੁੰਦੀ, ਉਹਨੂੰ ਕਹਿੰਦੇ ਘੰਡੇ ਹੇੜੇ ਦਾ ਨਾਦ। ਟਿਕੀ ਰਾਤ ਦੇ ਵਿੱਚ ਸ਼ਿਕਾਰੀ ਉਹ ਵਜਾਉਂਦਾ ਹੈ ਅਤੇ ਉਹ ਹਿਰਨ ਦੌੜਿਆ ਚੱਲਿਆ ਆਉਂਦਾ। ਉਹ ਆਵਾਜ਼ ਉਹਨੂੰ ਬੜੀ ਪਿਆਰੀ ਲੱਗਦੀ ਹੈ। ਅੱਗੇ ਸ਼ਿਕਾਰੀ ਨੇ ਆਪਣਾ ਜਾਲ ਲਾਇਆ ਹੁੰਦਾ ਅਤੇ ਉਹਦੇ ਵਿੱਚ ਫਸ ਜਾਂਦਾ ਹੈ। ਆਵਾਜ਼ ਨੂੰ ਸੁਣਨ ਦਾ ਦੋਸ਼ ਮਿਰਗ ਦੇ ਵਿੱਚ ਹੈ। ਦੂਸਰਾ ਹੈ ਮੀਨ। ਸਭ ਨਾਲੋਂ ਜ਼ਿਆਦਾ ਜਿਹੜਾ ਰਸਨਾ ਦਾ ਸਵਾਦ ਲੈਂਦੀ ਹੈ ਨਾ, 84 ਲੱਖ ਦੁਨੀਆਂ ਵਿੱਚੋਂ ਮੱਛੀ ਲੈਂਦੀ ਹੈ। ਮੱਛੀ ਨੂੰ ਜਦੋਂ ਪਕੜਨਾ ਹੁੰਦਾ ਹੈ, ਉਹ ਪਕੜਨ ਵਾਲਾ ਝੀਵਰ ਕੁੰਡੀ ਦੇ ਅੱਗੇ ਮਾਸ ਆਦਿ ਕੁਝ ਲਾ ਲੈਂਦਾ, ਰੋਟੀ ਆਦਿ ਦਾ ਟੁਕੜਾ ਜਾਂ ਕੋਈ ਆਟਾ ਆਦਿ ਲਾ ਲੈਂਦਾ ਹੈ। ਉਹ ਸੁੱਟਦਾ ਹੈ, ਮੱਛੀ ਆਉਂਦੀ ਪਾਣੀ ਦੇ ਵਿੱਚ, ਉਹਨੂੰ ਪਤਾ ਲੱਗ ਜਾਂਦਾ, ਉਹ ਖੁਸ਼ਬੂ ਆ ਜਾਂਦੀ ਵਿੱਚ। ਉਹ ਜਦੋਂ ਆਉਂਦੀ ਹੈ ਉਹਨੂੰ ਖਾਂਦੀ ਹੈ, ਸਵਾਦ ਦੇ ਵਿੱਚ ਉਹ ਮੂੰਹ ਵਿੱਚ ਫਸ ਜਾਂਦੀ ਕੁੰਡੀ। ਬਸ ਫਿਰ ਉਹਦੀ ਮੌਤ ਦਾ ਉਹ ਕਾਰਨ ਬਣ ਜਾਂਦੀ ਹੈ। ਜੀਵ ਦਾ ਚਸਕਾ ਮੱਛੀ ਦੇ ਅੰਦਰ ਹੈ। ਤੀਸਰਾ ਹੈ ਭਰੰਗ। ਇਹ ਵੀ ਖੋਜ ਧਰਮ ਦੀ ਦੁਨੀਆ ਵਿੱਚ ਮਹਾਤਮਾ ਨੇ ਕੀਤੀ, ਕਿਹੜੇ ਜੀਵ ਦੇ ਵਿੱਚ ਕਿਹੜਾ ਦੋਸ਼ ਹੈ, ਕਿਹੜਾ ਗੁਣ ਹੈ। ਇਹ ਪੁਰਾਤਨ ਸਮਿਆਂ ਵਿੱਚ ਧਰਮ ਦੀ ਦੁਨੀਆ ਵਿੱਚ ਖੋਜ ਕੀਤੀ ਗਈ। ਸਿਮਰਨ ਕਰਕੇ ਮਨੁੱਖ ਕਿਹੜੀ ਕਿਹੜੀ ਚੀਜ਼ ਦੇ ਵਿੱਚ, ਕਿਹੜੇ ਦਰਖਤ ਦੇ ਵਿੱਚ ਕਿਹੜਾ ਦੋਸ਼ ਹੈ, ਕਿਹੜਾ ਗੁਣ ਹੈ। ਇੱਕ ਦਰਖਤ ਹੈ ਤਾੜੀ ਦਾ। ਤਾੜੀ ਦਾ ਇੱਕ ਦਰਖਤ ਹੁੰਦਾ ਹੈ, ਵੇਦਾਂ ਵਿੱਚ ਕਿਹਾ ਵੀ ਉਹਦਾ ਨਾਂ ਸੁਣਨਾ ਵੀ ਮਾੜਾ, ਉਹਨੂੰ ਵੇਖਣਾ ਵੀ ਮਾੜਾ, ਉਹਦੇ ਕੋਲ ਜਾਣਾ ਵੀ ਮਾੜਾ। ਕਿਉਂ? ਉਹਦੇ ਵਿੱਚ ਇੱਕ ਰਸ ਨਿਕਲਦਾ ਹੈ, ਉਹ ਸ਼ਰਾਬ ਦੇ ਨਸ਼ੇ ਨਾਲੋਂ ਵੀ ਜ਼ਿਆਦਾ ਤੇਜ਼ ਹੁੰਦਾ ਹੈ। ਤਾੜੀ ਦੇ ਦਰਖਤ ਉਹਨੂੰ ਇਸ ਕਰਕੇ ਕਿਹਾ ਵੀ ਕੋਈ ਆਪਣੇ ਘਰ ਵਿੱਚ ਤਾੜੀ ਦਾ ਦਰਖਤ ਨਾ ਲਾਵੇ, ਮਾੜਾ ਮੰਨਿਆ ਗਿਆ ਉਹਨੂੰ। ਉਹਦੇ ਵਿੱਚੋਂ ਇਹ ਨਸ਼ਾ ਨਿਕਲਦਾ ਤਾਂ ਕਰਕੇ। ਗੁਰਬਾਣੀ ਵਿੱਚ ਉਹਦਾ ਜ਼ਿਕਰ ਆਇਆ ਹੈ। ਭਗਤ ਰਵਿਦਾਸ ਜੀ ਕਹਿੰਦੇ ਜੈਸੇ ਤਾਰ ਤਾਰ ਅਪਵਿੱਤਰ ਕਰ ਮਾਨੀਐ ਰੇ,
ਕਹਿੰਦੇ ਜਿਵੇਂ ਤਾੜੀ ਦੇ ਦਰਖਤ ਨੂੰ ਅਪਵਿੱਤਰ ਕਰਕੇ ਮੰਨਿਆ ਗਿਆ ਹੈ, ਪਰ ਉਹਦੇ ਵਿੱਚ ਇੱਕ ਗੁਣ ਵੀ ਹੈ, ਕਿਉਂਕਿ ਜਿੱਥੇ ਕੋਈ ਔਗਣ ਹੈ ਉੱਥੇ ਗੁਣ ਵੀ ਇਹ ਹੈ। ਤਾਂ ਹਰ ਇੱਕ ਚੀਜ਼ ਜੋ ਵੀ ਪ੍ਰਮਾਤਮਾ ਨੇ ਬਣਾਈ ਉਹਦੇ ਵਿੱਚ ਕੁਝ ਕਮਜ਼ੋਰੀ ਵੀ ਹੈ, ਕੁਝ ਉਹਦੇ ਵਿੱਚ ਗੁਣ ਵੀ ਨੇ। ਉਹਦੇ ਵਿੱਚ ਗੁਣ ਕੀ ਹੈ? ਉਹਦੀ ਜਿਹੜੀ ਛਿੱਲ ਹੈ, ਉਹਦਾ ਜਿਹੜਾ ਕਾਗਜ਼ ਉਹਦੀ ਲੱਕੜ ਦਾ ਬਣਦਾ ਹੈ ਨਾ, ਉਹ ਕਾਗਜ਼ ਛੇਤੀ ਪਾਟਦਾ ਨਹੀਂ ਹੈ, ਇੰਨਾ ਮਜ਼ਬੂਤ ਕਾਗਜ਼ ਹੁੰਦਾ ਹੈ ਉਹ ਕਾਗਜ਼ ਛੇਤੀ ਨਾਸ ਨਹੀਂ ਹੁੰਦਾ, ਇੰਨੀ ਉਹਦੀ ਉਮਰ ਬਹੁਤ ਜ਼ਿਆਦਾ ਹੁੰਦੀ ਕਾਗਜ਼ ਜਿਹੜਾ ਉਸ ਦਰਖਤ ਦੀ ਲੱਕੜ ਤੋਂ ਬਣਦਾ ਹੈ। ਉਹਦੇ ਉੱਪਰ ਲਿਖ ਦਿੱਤਾ ਗਿਆ ਪਰਮਾਤਮਾ ਦਾ ਨਾਮ, ਜੈਸੇ ਤਰਤਾਰ ਅਪਵਿੱਤਰ ਕਰ ਮਾਨੀਐ ਰੇ ਕਾਗਰਾ ਕਰਤ ਵਿਚਾਰੰ। ਕਹਿੰਦੇ ਉਹਦਾ ਕਾਗਜ਼ ਬਣ ਗਿਆ, ਉਹਦੇ ਉੱਪਰ ਲਿਖ ਦਿੱਤਾ ਪਰਮਾਤਮਾ ਦਾ ਨਾਮ। ਜਿਸ ਦਰਖਤ ਨੂੰ ਵੇਖਣਾ ਮਾੜਾ, ਜਿਹਦੇ ਕੋਲ ਜਾਣਾ ਮਾੜਾ, ਜਿਹਨੂੰ ਘਰ ਵਿੱਚ ਲਾਣਾ ਮਾੜਾ, ਉਹਦੇ ਕਾਗਜ਼ ਬਣ ਗਿਆ, ਉਹਦੇ ਉੱਤੇ ਲਿਖਤਾ ਪਰਮਾਤਮਾ ਦਾ ਨਾਮ। ਲੋਕ ਉਹਨੂੰ ਨਮਸਕਾਰਾਂ ਕਰਨ ਲੱਗ ਪਏ, ਜਿਹੜੀ ਲੱਕੜ ਅਪਵਿੱਤਰ ਸੀ। ਕਿਉਂ? ਕਿਉਂਕਿ ਉਹਦੇ ਉੱਪਰ ਪਰਮਾਤਮਾ ਦਾ ਨਾਮ ਆ ਗਿਆ। ਇਹ ਖੋਜ ਧਰਮ ਦੀ ਦੁਨੀਆ ਵਿੱਚ ਸਿਮਰਨ ਕਰਕੇ ਪਤਾ ਲੱਗ ਗਿਆ। ਇਸੇ ਤਰ੍ਹਾਂ ਮੱਛੀ ਦੇ ਵਿੱਚ ਕੀ ਦੋਸ਼ ਹੈ, ਕੀ ਗੁਣ ਨੇ, ਕਿਉਂਕਿ ਮੱਛੀ ਦੇ ਗੁਣ ਵੀ ਦੱਸੇ ਨੇ ਗੁਰਬਾਣੀ ਦੇ ਵਿੱਚ। ਹਰ ਇੱਕ ਚੀਜ਼ ਦਾ ਜੇ ਗੁਣ ਵੀ ਦੱਸਿਆ, ਔਗਣ ਵੀ ਦੱਸਿਆ ਮਹਾਰਾਜ ਨੇ। ਜਿਵੇਂ ਪ੍ਰਮਾਣ ਆਉਂਦਾ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਮੱਛੀ ਦੀ ਪਾਣੀ ਨਾਲ ਬੜੀ ਪ੍ਰੀਤ ਹੈ। ਜੇਕਰ ਪ੍ਰੀਤ ਕਰਨੀ ਰੱਬ ਨਾਲ ਤਾਂ ਮੱਛੀ ਤੋਂ ਸਿੱਖੋ। ਦੇਖੋ, ਇੱਕ ਪਾਸੇ ਬਾਣੀ ਵਿੱਚ ਮੱਛੀ ਦਾ ਔਗਣ ਵੀ ਦੱਸਿਆ ਹੈ ਕਿ ਸਵਾਦ ਦੀ ਮਾਰੀ ਕੁੰਡੀ ਵਿੱਚ ਫਸ ਜਾਂਦੀ, ਮੌਤ ਹੋ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਜੇ ਪ੍ਰੀਤ ਕਰਨੀ ਰੱਬ ਨਾਲ ਤੇ ਐਵੇਂ ਕਰੋ ਜਿਵੇਂ ਮੱਛੀ ਪਾਣੀ ਨਾਲ ਕਰਦੀ ਹੈ। ਇਹ ਗੁਣ ਔਗਣ ਜਿਹੜੇ ਹਰ ਇੱਕ ਚੀਜ਼ ਵਿੱਚ ਖੋਜ ਕੀਤੀ ਗਈ, ਇਹ ਧਰਮ ਦੀ ਦੁਨੀਆ ਵਿੱਚ ਕੀਤੀ ਗਈ ਹੈ। ਸਾਇੰਸ ਨਹੀਂ ਅਜੇ ਇੱਥੇ ਪਹੁੰਚੀ। ਸਾਇੰਸ ਨੂੰ ਅਜੇ ਨਹੀਂ ਪਤਾ ਜਾਨਵਰਾਂ ਦੇ ਵਿੱਚ ਕੀ ਗੁਣ ਨੇ, ਕੀ ਔਗਣ ਨੇ, ਸਾਰੀ ਨਹੀਂ ਖੋਜ ਕਰ ਸਕੇ। ਅਜੇ ਤੇ ਬੜਾ ਲੰਮਾ ਸਬਜੈਕਟ ਹੈ ਦੁਨੀਆ ਸਾਇੰਸ ਦੇ ਕੋਲ। ਅਜੇ ਤੇ ਕੁਝ ਕੁ ਜਾਨਵਰਾਂ ਬਾਰੇ ਥੋੜ੍ਹਾ ਬਹੁਤਾ ਖੋਜ ਕੀਤੀ, ਇੰਨੀ ਡੂੰਘੀ ਖੋਜ ਨਹੀਂ ਕਰ ਸਕੇ ਜਿੰਨੀ ਡੂੰਘੀ ਖੋਜ ਧਰਮ ਦੀ ਦੁਨੀਆ ਵਿੱਚ ਹੋਈ ਪਈ ਹੈ। ਪਰ ਉਹ ਦੱਸੇ ਕੌਣ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਾਰਾ ਕੁਝ ਲਿਖਿਆ ਹੋਇਆ ਹੈ, ਪਰ ਉਹ ਦੱਸੇ ਕੌਣ? ਕਿਉਂਕਿ ਨਾ ਤਾਂ ਉੱਦਾਂ ਦੇ ਗਾਹਕ ਨੇ, ਗਾਹਕ ਹੋਣ 'ਤੇ ਦੁਕਾਨਦਾਰ ਸੌਦਾ ਰੱਖਦਾ ਉਸ ਤਰ੍ਹਾਂ ਦਾ। ਹੁਣ ਇੰਨੀ ਮਹਿੰਗੀ ਕਥਾ ਸੁਣੇ ਕੌਣ? ਇੰਨੀ ਡੂੰਘੀ ਕਥਾ ਸੁਣੇ ਕੌਣ? ਸਾਡੇ ਕੋਲ ਤਾਂ ਟਾਈਮ ਨਹੀਂ ਹੈ, ਸਾਡੇ ਕੋਲ ਤਾਂ ਪਾਠ ਕਰਨ ਦਾ ਟਾਈਮ ਨਹੀਂ, ਇਹਦੀ ਕਥਾ ਸੁਣਨੀ ਤਾਂ ਦੂਰ ਦੀ ਗੱਲ ਹੈ। ਗੁਰਬਾਣੀ ਦੀ ਕਥਾ ਐਸਾ, ਇਹਦੇ ਵਿੱਚ ਮਹਾਨ ਗਿਆਨ ਛੁਪਿਆ ਹੋਇਆ ਹੈ ਜੋ ਸਤਿਗੁਰੂ ਨੇ ਸਾਡੇ 'ਤੇ ਇੰਨੀ ਬਖਸ਼ਿਸ਼ ਕੀਤੀ ਹੈ। ਸਮੇਂ ਦੀ ਸਮਾਪਤੀ ਹੈ, ਇਸੇ ਸ਼ਬਦ ਦੀ ਬਾਕੀ ਵਿਚਾਰ ਆਪਾਂ ਸਤਿਗੁਰੂ ਜਿਵੇਂ ਕਿਰਪਾ ਕਰਨਗੇ ਆਉਣ ਵਾਲੇ ਸਮੇਂ ਅੰਦਰ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।